हेलो दोस्तों, ਤੁਹਾਡਾ ਸਵਾਗਤ ਹੈ ਸੁਕੀਜਾ ਟਿਊਸ਼ਨਸ ਐਂਡ ਮਾਈ ਨੇਮ ਇਜ਼ ਤਮੰਨਾ। ਅੱਜ ਆਪਣੀ ਪੋਲਿਟੀ ਦੀ ਕਲਾਸ ਹੈ ਜਿਹਦੇ 'ਚ ਆਪਾਂ ਫੰਡਾਮੈਂਟਲ ਰਾਈਟਸ ਐਂਡ ਪਾਰਟਸ ਆਫ ਕੌਨਸਟੀਟਿਊਸ਼ਨ ਕਰਾਂਗੇ। ਕੱਲ੍ਹ ਆਪਣੀ ਕਰੰਟ ਅਫੇਅਰ ਦੀ ਕਲਾਸ ਸੀ ਜਿਹਦੇ 'ਚ ਆਪਾਂ 3 ਦਿਨ ਦੇ ਕਰੰਟ ਅਫੇਅਰ ਕੀਤੇ ਸੀ 27, 28 ਔਰ 29 ਦੇ। ਠੀਕ ਹੈ, ਔਰ ਅੱਜ ਆਪਣੀ ਕਲਾਸ ਹੈ ਫੰਡਾਮੈਂਟਲ ਰਾਈਟਸ ਦੀ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਫੰਡਾਮੈਂਟਲ ਰਾਈਟਸ ਹੁੰਦੇ ਕੀ ਨੇ। ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਇੰਡੀਅਨ ਕੌਨਸਟੀਟਿਊਸ਼ਨ ਦੇ 3rd ਪਾਰਟ 'ਚ ਨੇ। ਕਿਹੜੇ ਆਰਟੀਕਲ ਤੋਂ ਲੈ ਕੇ ਕਿੰਨੇ ਤੱਕ? ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ। ਠੀਕ ਹੈ, ਜਿਹਨੂੰ ਆਪਾਂ ਕਿ ਮੈਗਨਾ ਕਾਰਟਾ ਆਫ ਇੰਡੀਆ ਵੀ ਕਹਿੰਦੇ ਆ। ਠੀਕ ਹੈ, ਕਦੋਂ ਅਡੋਪਟ ਕੀਤੇ ਗਏ ਸੀ? ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਕਰਾਚੀ ਸੈਸ਼ਨ ਹੋਇਆ ਸੀ, ਉਦੋਂ ਜਿਹੜਾ ਪ੍ਰੈਜ਼ੀਡੈਂਟ ਸੀ ਆਪਣੇ ਸਰਦਾਰ ਵੱਲਭ ਭਾਈ ਪਟੇਲ, ਉਦੋਂ ਉਹਨਾਂ ਨੇ ਕੀ ਕੀਤੇ ਸੀ? ਫੰਡਾਮੈਂਟਲ ਰਾਈਟਸ ਕੀ ਅਡੋਪਟ ਕੀਤੇ ਸੀ। ਠੀਕ ਹੈ, ਪਹਿਲਾਂ ਕਿੰਨੇ ਸੀ? ਪਹਿਲਾਂ 7 ਸੀ ਔਰ ਹੁਣ ਕਿੰਨੇ ਨੇ? 6। ਠੀਕ ਹੈ, ਕਿਹੜੇ ਕਿਹੜੇ? ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀडम, ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਰਾਈਟ ਟੂ ਫਰੀडम ਆਫ ਰਿਲੀਜਨ, ਕਲਚਰ ਐਂਡ ਐਜੂਕੇਸ਼ਨਲ ਰਾਈਟਸ, ਰਾਈਟ ਟੂ ਪ੍ਰੋਪਰਟੀ ਜਾਂ ਰਾਈਟ ਟੂ ਕੌਨਸਟੀਟਿਊਸ਼ਨ ਰੈਮੇਡੀਜ਼। ਹੁਣ ਇਹ ਸਾਰੇ 7 ਸੀਗੇ ਰਾਈਟਸ ਆਪਣੇ ਕੋਲ, ਜਿਹਦੇ 'ਚ ਇੱਕ ਜਿਹੜਾ 6th ਰਾਈਟ ਸੀਗਾ ਰਾਈਟ ਟੂ ਪ੍ਰੋਪਰਟੀ, ਉਹਨੂੰ ਕੀ ਕਰ ਦਿੱਤਾ? ਅਬੋਲਿਸ਼ ਕਰ ਦਿੱਤਾ ਗਿਆ, ਡਿਲੀਟਡ ਕਰ ਦਿੱਤਾ ਗਿਆ। ਠੀਕ ਹੈ, ਕਿਹੜੀ ਅਮੈਂਡਮੈਂਟ ਦੁਆਰਾ? 44th ਅਮੈਂਡਮੈਂਟ ਆਫ ਕੌਨਸਟੀਟਿਊਸ਼ਨ ਐਕਟ 1978। ਠੀਕ ਹੈ, ਕਿਹੜੇ ਕਿਹੜੇ ਨੇ? ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀडम, ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਰਾਈਟ ਟੂ ਫਰੀडम ਆਫ ਰਿਲੀਜਨ, ਰਾਈਟ ਟੂ ਕਲਚਰ ਐਂਡ ਐਜੂਕੇਸ਼ਨਲ ਰਾਈਟਸ, ਰਾਈਟ ਟੂ ਪ੍ਰੋਪਰਟੀ ਔਰ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੇਡੀਜ਼। ਅਗਰ ਤੁਹਾਡੇ ਕੋਲ ਪੇਪਰ 'ਚ ਪੁੱਛ ਲੈਣ ਕਿ ਜਿਹੜਾ ਰਾਈਟ ਟੂ ਪ੍ਰੋਪਰਟੀ ਐਕਟ ਹੈ ਉਹਨੂੰ ਆਪਾਂ ਡਿਲੀਟ ਕੀਤਾ ਹੈ ਕਿਹੜੀ ਅਮੈਂਡਮੈਂਟ ਦੁਆਰਾ? 44th ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1978। ਠੀਕ ਹੈ, ਨੈਕਸਟ ਹੁਣ ਆਪਾਂ ਅੱਗੇ MCQs ਕਰਦੇ ਹਾਂ। ਫਸਟ MCQ ਹੈ ਕਿ ਫੰਡਾਮੈਂਟਲ ਰਾਈਟਸ ਆਰ ਜਸਟੀਫੀਏਬਲ, ਨॉन ਜਸਟੀਫੀਏਬਲ, ਫਲੈਕਸੀਬਲ ਜਾਂ ਰਿਜਿਡ। ਔਰ ਇਹਦੀ ਰਾਈਟ ਆਪਸ਼ਨ ਕੀ ਹੈ? ਆਪਸ਼ਨ A ਕਿ ਫੰਡਾਮੈਂਟਲ ਰਾਈਟਸ ਆਰ ਜਸਟੀਫੀਏਬਲ। ਠੀਕ ਹੈ, ਨੈਕਸਟ ਕੁਐਸਚਨ ਹੈ ਆਪਣੇ ਕੋਲ which of the following is given the power to enforce the fundamental rights by the constitution। ਕਿ ਇਹਨਾਂ ਵਿੱਚੋਂ ਕਿਹੜਾ ਹੈ ਜਿਹੜਾ ਮਤਲਬ ਫੰਡਾਮੈਂਟਲ ਰਾਈਟਸ ਨੂੰ ਜਿਹੜਾ ਕਿ ਇਨਫੋਰਸ ਕਰ ਸਕਦਾ ਹੈ, ਕੌਨਸਟੀਟਿਊਸ਼ਨ ਦੇ ਫੰਡਾਮੈਂਟਲ ਰਾਈਟਸ ਨੂੰ ਇਨਫੋਰਸ ਕਰ ਸਕਦਾ ਹੈ? ਆਲ ਕੋਰਟਸ ਇਨ ਇੰਡੀਆ, ਦਾ ਪਾਰਲੀਮੈਂਟ, ਦਾ ਪ੍ਰੈਜ਼ੀਡੈਂਟ ਜਾਂ ਦਾ ਸੁਪਰੀਮ ਕੋਰਟ ਐਂਡ ਦਾ ਹਾਈ ਕੋਰਟ। ਔਰ ਇਹਦੀ ਰਾਈਟ ਆਪਸ਼ਨ ਕੀ ਹੈ? ਦਾ ਸੁਪਰੀਮ ਕੋਰਟ ਐਂਡ ਹਾਈ ਕੋਰਟ। ਕਿ ਕਿਹਦੇ ਕੋਲ ਪਾਵਰ ਹੈ ਫੰਡਾਮੈਂਟਲ ਰਾਈਟਸ ਨੂੰ ਇਨਫੋਰਸ ਕਰਨ ਦੀ? ਦ ਸੁਪਰੀਮ ਕੋਰਟ ਐਂਡ ਦਾ ਹਾਈ ਕੋਰਟ। ਠੀਕ ਹੈ, ਨਾ ਹੀ ਪ੍ਰੈਜ਼ੀਡੈਂਟ ਨੂੰ ਹੈ, ਨਾ ਹੀ ਪਾਰਲੀਮੈਂਟ ਨੂੰ ਹੈ, ਨਾ ਹੀ ਆਲ ਕੋਰਟਸ ਇਨ ਇੰਡੀਆ ਨੂੰ ਹੈ, ਸਿਰਫ ਕਿਹਨੂੰ ਹੈ? ਦ ਸੁਪਰੀਮ ਕੋਰਟ ਐਂਡ ਹਾਈ ਕੋਰਟ। ਠੀਕ ਹੈ, ਨੈਕਸਟ ਅੱਗੇ 3rd ਕੁਐਸਚਨ ਹੈ which one of the following statement is correct? Rights are claim of the state against the citizen. Rights are privileges which are incorporated in the constitution of state. Right are claims of the citizen against state. The rights are privileges of a few citizen against the many। ਕੀ ਕਹਿੰਦੇ ਨੇ ਕਿ ਇਹਨਾਂ 'ਚੋਂ ਕਿਹੜੀ ਸਟੇਟਮੈਂਟ ਟਰੂ ਹੈ? ਕਿ ਰਾਈਟਸ ਆਰ ਕਲੇਮਸ ਆਫ ਦ ਸਟੇਟ ਅਗੇਂਸਟ ਦ ਸਿਟੀਜ਼ਨ, ਕਿ ਸਟੇਟ ਅਗੇਂਸਟ ਹੋ ਜਾਂਦੀ ਹੈ ਸਿਟੀਜ਼ਨ ਦੇ। ਰਾਈਟਸ ਆਰ ਪ੍ਰਿਵਿਲੇजेस ਵਿਚ ਆਰ ਇਨਕੋਰਪੋਰੇਟਡ ਇਨ ਦ ਕੌਨਸਟੀਟਿਊਸ਼ਨ ਆਫ ਸਟੇਟ, ਕਿ ਜਿਹੜਾ ਇਨਕੋਰਪੋਰੇਟ ਕਰਦਾ ਹੈ ਸਟੇਟ ਨਾਲ। ਜਾਂ ਰਾਈਟਸ ਆਰ ਕਲੇਮ ਆਫ ਦ ਸਿਟੀਜ਼ਨ ਅਗੇਂਸਟ ਸਟੇਟ, ਕਿ ਜਦੋਂ ਵੀ ਇੱਕ ਸਿਟੀਜ਼ਨ ਕੋਲ ਰਾਈਟਸ ਹੋਣਗੇ ਤਾਂ ਉਹ ਸਟੇਟ ਦੇ ਅਗੇਂਸਟ ਕੀ ਹੈ? ਜਾ ਸਕਦਾ ਹੈ, ਮਤਲਬ ਆਪਦੇ ਹੱਕ ਕੀ ਹੈ? ਮਨਵਾ ਸਕਦਾ ਹੈ। ਔਰ ਡੀ ਆਪਸ਼ਨ ਕੀ ਹੈ? ਰਾਈਟਸ ਆਰ ਪ੍ਰਿਵਿਲੇजेस ਆਫ ਅ ਫਿਊ ਸਿਟੀਜ਼ਨ ਅਗੇਂਸਟ ਦ ਮੈਨੀ, ਕਿ ਕੁਝ ਸਿਟੀਜ਼ਨਸ। ਔਰ ਇਹਦੀ ਰਾਈਟ ਆਪਸ਼ਨ ਕੀ ਹੈ? ਸੀ ਆਪਸ਼ਨ, ਕਿ ਰਾਈਟਸ ਆਰ ਕਲੇਮਸ ਆਫ ਦ ਸਿਟੀਜ਼ਨ ਅਗੇਂਸਟ ਦ ਸਟੇਟ। ਠੀਕ ਹੈ, ਨੈਕਸਟ ਆਪਣੇ ਕੋਲ 4th ਕੁਐਸਚਨ ਹੈ which of the following is correct? The Nehru Report 1928 has advocated the inclusion of the fundamental rights in the Constitution of India. The Government of India Act 1935 refer to fundamental rights, बिल्कुल गलत है। The August Offer 1940 included the fundamental rights, ये भी गलत है। द क्रिप्स मिशन 1942 रेफर टू फंडामेंटल राइट्स, ये भी गलत है। और यदि राइट ऑप्शन अपने को की है द नेहरू रिपोर्ट
The right option is the Nehru Report 1928 has advocated the inclusion of fundamental rights in the Constitution of India. ठीक है, नेक्स्ट है fundamental rights cannot be suspended, can be suspended by order of prime minister, may be suspended on the will of president या may be suspended during emergency। ਉਹ ਕੀ ਕਹਿੰਦੇ ਨੇ ਕਿ ਜਿਹੜੇ ਫੰਡਾਮੈਂਟਲ ਰਾਈਟਸ ਨੇ ਕਿ ਉਹ ਸਸਪੈਂਡ ਨਹੀਂ ਹੋ ਸਕਦੇ ਜਾਂ ਸਸਪੈਂਡ ਹੋ ਸਕਦੇ ਨੇ ਕਿ ਪ੍ਰਾਈਮ ਮਿਨਿਸਟਰ ਦੇ ਆਰਡਰ ਤੇ ਜਾਂ ਸ਼ਾਇਦ ਸਸਪੈਂਡ ਹੋ ਸਕਦੇ ਨੇ ਪ੍ਰੈਜ਼ੀਡੈਂਟ ਦੀ ਵਿਸ਼ ਤੇ ਪਾਵਰ ਤੇ ਜਾਂ ਮੇ ਬੀ ਸਸਪੈਂਡਡ ਡਿਊਰਿੰਗ ਐਮਰਜੈਂਸੀ। ਹਮੇਸ਼ਾ ਧਿਆਨ ਰੱਖਿਓ ਕਿ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਇਨਫੋਰਸ ਕਰਨ ਦਾ ਕਿਹਦਾ ਮਤਲਬ ਆਰਡਰ ਦੇ ਸਕਦੀ ਹੈ ਫੰਡਾਮੈਂਟਲ ਰਾਈਟਸ ਇਨਫੋਰਸ ਕਰਨ ਦਾ ਹਾਈ ਕੋਰਟ ਤੇ ਸੁਪਰੀਮ ਕੋਰਟ। ਠੀਕ ਹੈ, ਤਾਂ ਕਰਕੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਸਿਰਫ ਸਸਪੈਂਡ ਕਦੋਂ ਹੋ ਸਕਦੇ ਨੇ, ਡਿਊਰਿੰਗ ਐਮਰਜੈਂਸੀ। ਨਾ ਹੀ ਉਹਨੂੰ ਪ੍ਰਾਈਮ ਮਿਨਿਸਟਰ ਕਰ ਸਕਦਾ, ਨਾ ਹੀ ਪਾਰਲੀਮੈਂਟ ਸਸਪੈਂਡ ਕਰ ਸਕਦੀ, ਨਾ ਹੀ ਪ੍ਰੈਜ਼ੀਡੈਂਟ ਸਸਪੈਂਡ ਕਰ ਸਕਦਾ। ਕੌਣ ਸਸਪੈਂਡ ਕਰ ਸਕਦੇ ਹੈ, ਮੇ ਬੀ ਸਸਪੈਂਡਡ ਡਿਊਰਿੰਗ ਐਮਰਜੈਂਸੀ। ਠੀਕ ਹੈ, ਔਰ ਇਹਦੀ ਰਾਈਟ ਆਪਸ਼ਨ ਕੀ ਹੈ, ਡੀ ਆਪਸ਼ਨ ਕੀ ਹੈ, ਇਹਦੀ ਰਾਈਟ ਆਪਸ਼ਨ ਹੈ। ਠੀਕ ਹੈ, नेक्स्ट अगे 6th क्वेश्चन है अंडर विच ऑफ द फॉलोइंग आर्टिकल्स द इंडियन कॉन्स्टिट्यूशन गारंटीज फंडामेंटल राइट्स टू द सिटीजन। कि किहड़े आर्टिकल दे अंडर की फंडामेंटल राइट्स सिटीजनस नूं दिते जांदे ने। आर्टिकल 12 to 35 ओनली, आर्टिकल 12 to 30, आर्टिकल 15 to 35, आर्टिकल 14 to 32। और यदि राइट ऑप्शन की है आर्टिकल 12 to 35 और केड़ा है पार्ट 3rd ऑफ द इंडियन कॉन्स्टिट्यूशन। ठीक है, नेक्स्ट क्वेश्चन है सॉरी नेक्स्ट क्वेश्चन है अंडर विच आर्टिकल of the constitution reservations in admission to educational institutions including private and unaided to OBCs ST SC is made। कि ਕਿਹੜੇ ਆਰਟੀਕਲ ਦੁਆਰਾ ਜਿਹੜੀਆਂ ਰਿਜ਼ਰਵੇਸ਼ਨਸ ਐਡਮਿਸ਼ਨਸ ਹੁੰਦੀਆਂ ਨੇ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ, ਚਾਹੇ ਪ੍ਰਾਈਵੇਟ ਇੰਸਟੀਟਿਊਸ਼ਨ, ਕਿਹਨਾਂ ਨੂੰ, ਓਬੀਜ਼ ਨੂੰ, ST SC ਨੂੰ, ਕਿ ਕਿਹੜੇ ਆਰਟੀਕਲ ਦੁਆਰਾ ਉਹਨਾਂ ਨੂੰ ਕੀ ਇੱਕ ਰਾਈਟ ਦਿੱਤਾ ਗਿਆ ਹੈ। ਜਿਵੇਂ ਕੋਟਾ ਹੀ ਸਮਝ ਲਓ, ਆਰਟੀਕਲ 15 ਦਾ ਪਾਰਟ 4, ਆਰਟੀਕਲ 15 ਦਾ ਪਾਰਟ 5, ਆਰਟੀਕਲ 16 ਦਾ ਪਾਰਟ 4 ਜਾਂ ਆਰਟੀਕਲ 16 ਦਾ ਪਾਰਟ 5। ਔਰ ਇਹਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ, ਆਰਟੀਕਲ 15 ਦਾ ਪਾਰਟ 5। ਠੀਕ ਹੈ, ਉਹਦੇ 'ਚ ਕੀ ਦੱਸਿਆ ਗਿਆ ਹੈ ਕਿ ਰਿਜ਼ਰਵੇਸ਼ਨਸ ਇਨ ਐਡਮਿਸ਼ਨ ਟੂ ਐਜੂਕੇਸ਼ਨਲ ਇੰਸਟੀਟਿਊਸ਼ਨਸ ਇੰਕਲੂਡਿੰਗ ਪ੍ਰਾਈਵੇਟ ਐਂਡ ਅਨਏਡਡ ਟੂ ਓਬੀਜ਼ ST SC। ठीक है, नेक्स्ट है 8th क्वेश्चन अपने को विच आर्टिकल ऑफ द कॉन्स्टिट्यूशन गिव्स प्रेजेंडेंस टू कॉन्स्टिट्यूशनल प्रोविजन ओवर द लॉ मेड बाय द यूनियन पार्लियामेंट एंड स्टेट लेजिस्लेचर्स। कि किहड़े आर्टिकल दे अंडर है जिहड़ा वो कॉन्स्टिट्यूशन प्रोविजन दा जिहड़ा लॉ बने हुंदे ने किहदे अंडर, यूनियन पार्लियामेंट दे अंदर और स्टेट लेजिस्लेचर दे अंदर। किहड़ा आर्टिकल है 13, 32, 245 या 326। और यदि राइट ऑप्शन की है आर्टिकल 13। ठीक है, नेक्स्ट क्वेश्चन है अपने को इन द इंडियन कॉन्स्टिट्यूशन ऑफ द राइट टू फ्रीडम इज गारंटेड बाय द 4 आर्टिकल्स विच आर। कि राइट टू फ्रीडम है जिहड़ा इन्हां चों 4 आर्टिकल्स च दिता गया है। किहड़े आर्टिकल्स, आर्टिकल 19 to 22, आर्टिकल 16 to 19, आर्टिकल 17 to आर्टिकल 20 या आर्टिकल 18 to आर्टिकल 21। और यदि राइट ऑप्शन अपने को की है आर्टिकल 19 to आर्टिकल 22। ठीक है, नेक्स्ट अगे 10th क्वेश्चन है विच वन ऑफ द फॉलोइंग आर्टिकल्स ऑफ इंडियन कॉन्स्टिट्यूशन बिलोंग्स टू डिफरेंट कैटेगरी। कि इन्हां चों किहड़ा आर्टिकल है जिहड़ा बिलोंग्स करता है डिफरेंट कैटेगरीज नूं। आर्टिकल 14, आर्टिकल 15, आर्टिकल 16, आर्टिकल 19। और यदि राइट ऑप्शन की है आर्टिकल 19। कि जिहड़ा आर्टिकल 19 है वो बिलोंग्स किनू करता है, डिफरेंट कैटेगरीज नूं। ठीक है, नेक्स्ट क्वेश्चन है प्रोहिबिशन ऑफ डिस्क्रिमिनेशन ऑन द ग्राउंड ऑफ रिलीजन। आर्टिकल 15 ऑफ द कॉन्स्टिट्यूशन ऑफ इंडिया इज अ फंडामेंटल राइट क्लासीएबल अंडर। की कहंदे ने कि प्रोहिबिशन ऑफ डिस्क्रिमिनेशन ऑन द ग्राउंड ऑफ रिलीजन। कि रिलीजन के बेस पर जो डिस्क्रिमिनेशन होंदा है
ਉਹਨੂੰ ਕਿਹੜੇ ਮਤਲਬ ਕਿਹੜੇ ਆਰਟੀਕਲਸ ਦੇ ਅੰਡਰ ਰੋਕਿਆ ਜਾ ਸਕਦਾ ਹੈ? ਦ ਰਾਈਟਸ ਟੂ ਫਰੀडम ऑफ रिलीजन, द राइट्स अगेंस्ट एक्सप्लोइटेशन, द कल्चर एंड एजुकेशनल राइट्स और द राइट टू इक्वैलिटी। और ਇਹਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ? ਇਹਦੀ ਰਾਈਟ ਆਪਸ਼ਨ ਹੈ ਆਪਣੇ ਕੋਲ ਦ ਰਾਈਟ ਟੂ ਇਕੁਐਲਿਟੀ। ਠੀਕ ਹੈ, ਕਿ ਹਰ ਪਾਸੇ ਕੀ ਰਹੇਗੀ? ਸਮਾਨਤਾ ਰਹੇਗੀ। ਉਹਨਾਂ ਨੇ ਵਿੱਚ ਕੀ ਡਿਫਾਈਨ ਦਿੱਤਾ ਹੈ ਕਿ ਆਰਟੀਕਲ 15 ਆਫ ਦ ਕੌਂਸਟੀਟਿਊਸ਼ਨ ਆਫ ਇੰਡੀਆ ਇਜ਼ ਦ ਫੰਡਾਮੈਂਟਲ ਰਾਈਟਸ ਕਲਾਸੀਏਬਲ ਅੰਡਰ। ਉਹਨਾਂ ਨੇ ਕੁਐਸਚਨ 'ਚ ਕਨਫਿਊਜ਼ ਕਰਨ ਦਾ ਟਰਾਈ ਕੀਤਾ ਹੈ ਕਿ ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਦ ਗਰਾਊਂਡ ਆਫ ਰਿਲੀਜਨ, ਠੀਕ ਹੈ, ਕਿ ਰਿਲੀਜਨ ਦੇ ਬੇਸ 'ਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਠੀਕ ਹੈ, ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਸੈਕਿੰਡ ਕੁਐਸਚਨ ਨਾਲ ਦੀ ਨਾਲ ਹੋਰ ਦੇ ਦਿੱਤਾ ਕਿ ਆਰਟੀਕਲ 15 ਆਫ ਦ ਕੌਂਸਟੀਟਿਊਸ਼ਨ ਆਫ ਇੰਡੀਆ ਇਜ਼ ਅ ਫੰਡਾਮੈਂਟਲ ਰਾਈਟ ਕਲਾਸੀਏਬਲ ਅੰਡਰ, ਕਿ ਜਿਹੜਾ ਆਰਟੀਕਲ 15 ਹੈ ਉਹ ਕਿਹੜੇ ਆਰਟੀਕਲ ਦੇ ਅੰਡਰ ਆਉਂਦਾ ਹੈ, ਕਿਹੜੇ ਰਾਈਟ ਦੇ ਅੰਡਰ ਆਉਂਦਾ ਹੈ? ਤਾਂ ਉਹ ਕਿਹਦੇ ਅੰਡਰ ਆਉਂਦਾ ਹੈ? ਦ ਰਾਈਟ ਟੂ ਇਕੁਐਲਿਟੀ। ਸਿਰਫ ਫਸਟ ਲਾਈਨ ਦੇਖ ਕੇ ਆਪਾਂ ਆਂਸਰ ਨਹੀਂ ਲਾ ਦੇਣਾ। ਠੀਕ ਹੈ, नेक्स्ट है 12th क्वेश्चन। इन द इंडियन कॉन्स्टिट्यूशन द राइट्स टू इक्वालिटी इज गारंटेड बाय 5 आर्टिकल्स। दे आर आर्टिकल 16 to 20, आर्टिकल 15 to 19, आर्टिकल 14 to 18 या आर्टिकल 13 to 17। और यदि राइट ऑप्शन आपने कोल की है, यदि राइट ऑप्शन की है पोज करके दसो। और यदि राइट ऑप्शन आपने कोल की है आर्टिकल 14 to 18। ठीक है, जेडे 5 आर्टिकल्स के अंडर आंदा है 14 to 18। नेक्स्ट है चाइल्ड राइट्स आर प्रोटेक्टेड इन आर्टिकल ऑफ ICCPR। की चाइल्ड राइट्स किहड़े आर्टिकल्स के अंडर आंदा है? 35, 24, 21 या 23। और यदि राइट ऑप्शन की है आर्टिकल 24। की ऑप्शन है दी राइट आर्टिकल 24। ठीक है, which article of the constitution protects the right of minorities to establish and administer educational institution of their choice। कि केड़ा आर्टिकल अंडर आंदा है किदे प्रोटेक्ट्स टू राइट ऑफ minorities to establish and administer educational institutions of their choice। कि आपदी चॉइस दे एजुकेशनल इंस्टीट्यूशनस लै सकन आर्टिकल 19, 26, 29 या 30। और यदि राइट ऑप्शन आपने कोल की है 30। ठीक है, नेक्स्ट अगे है विच पेयर इज नॉट मैच्ड? प्रोहिबिशन ऑफ ट्रैफिक इन ह्यूमन बींग्स एंड फोर्स्ड लेबर आर्टिकल 23, प्रोटेक्शन ऑफ इंटरेस्ट ऑफ मिनोरिटीज आर्टिकल 29। उस तो बाद की है राइट्स टू कॉन्स्टिट्यूशनल रेमेडीज आर्टिकल 32, या राइट टू मिनोरिटीज टू इस्टैबलिश एंड एडमिनिस्टर एजुकेशनल इंस्टीट्यूशनस आर्टिकल 31। और यदि ਜਿਹੜੀ ਰਾਈਟ ਆਪਸ਼ਨ ਹੈ ਉਹ ਕੀ ਹੈ? ਡੀ, ਇਹ ਪੇਅਰ ਮੈਚ ਨਹੀਂ ਹੋ ਰਿਹਾ। ਮੈਂ ਹਜੇ ਹੁਣੇ ਤੁਹਾਨੂੰ ਉੱਪਰ ਕਰਾਇਆ ਹੈ ਕਿ ਆਰਟੀਕਲ 30। ਠੀਕ ਹੈ, ਔਰ ਇੱਥੇ ਆਰਟੀਕਲ ਕੀ ਦਿੱਤਾ ਹੋਇਆ 31। ਤਾਂ ਕਰਕੇ ਕੀ ਇਹ ਪੇਅਰ ਕੀ ਹੈ ਜਿਹੜਾ ਮੈਚ नहीं हो रहा। राइट्स टू मिनोरिटीज टू इस्टैबलिश एंड एडमिनिस्टर एजुकेशनल इंस्टीट्यूशंस। ठीक है, नेक्स्ट अगे 16th क्वेश्चन है अंडर द कॉन्स्टिट्यूशन हु अमंग्स द फॉलोइंग इज कंसीडर्ड टू बी द गार्डियन ऑफ फंडामेंटल राइट्स। कि फंडामेंटल राइट्स का गार्डियन कौन है? पार्लियामेंट, प्रेजिडेंट, जुडिशरी या प्राइम मिनिस्टर। और यदि राइट ऑप्शन की है जुडिशरी, मतलब जुडिशरी की आ जाएगा द हाई कोर्ट एंड द सुप्रीम कोर्ट, ना ही पार्लियामेंट, ना ही प्रेजिडेंट, ना ही प्राइम मिनिस्टर। और यदि राइट ऑप्शन किया आपने को जुडिशरी। ठीक है, नेक्स्ट है which one of the following rights was described by Dr. B.R. Ambedkar as the heart and soul of the constitution। कि ਇਹਨਾਂ ਵਿੱਚੋਂ ਕਿਹੜੇ ਆਰਟੀਕਲ ਨੂੰ ਡਾਕਟਰ B.R. ਅੰਬੇਦਕਰ ਦੁਆਰਾ ਹਾਰਟ ਐਂਡ ਸੋਲ ਆਫ ਦ ਕੌਂਸਟੀਟਿਊਸ਼ਨ ਕਿਹਾ ਗਿਆ ਹੈ? ਰਾਈਟ ਟੂ ਫਰੀडम ਆਫ ਰਿਲੀਜਨ, ਰਾਈਟ ਟੂ ਪ੍ਰੋਪਰਟੀ, राइट टू इक्वालिटी या राइट टू कॉन्स्टिट्यूशनल रेमेडीज। और यदि राइट ऑप्शन आपने कुल किया है राइट टू कॉन्स्टिट्यूशनल रेमेडीज। कि राइट टू कॉन्स्टिट्यूशनल रेमेडीज ਨੂੰ ਕੀ ਕਿਹਾ ਗਿਆ? हार्ट एंड सोल ऑफ द कॉन्स्टिट्यूशन। और किने क्या? डॉक्टर B.R. अंबेडकर ने। ठीक है, नेक्स्ट है which one of the following writs can be issued by high court to secure the liberty of the individual। कि ਇਹਨਾਂ ਵਿੱਚੋਂ ਕਿਹੜਾ
ਜਿਹੜੀ ਰਿਟ ਹੈ ਇਸ਼ੂ ਕੀਤੀ ਗਈ ਹੈ ਹਾਈ ਕੋਰਟ ਦੁਆਰਾ ਕਿਹਦੇ ਵਾਸਤੇ? ਟੂ ਸਿਕਿਉਰ ਦ ਲਿਬਰਟੀ ਆਫ ਦ ਇੰਡੀਵਿਜੂਅਲ। ਫਸਟ ਆਪਸ਼ਨ ਹੈ ਮੈਂਡੇਬਸ, ਕਿਊ ਵਾਰੰਟੋ, ਹੈਬੀਅਸ ਕਾਰਪਸ ਜਾਂ ਨਨ ਆਫ ਦਿਸ। ਔਰ ਇਹਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ? ਹੈਬੀਅਸ ਕਾਰਪਸ। ਇਹ ਆਪਣੇ ਕੋਲ ਰਿਟਸ ਹੁੰਦੀਆਂ ਨੇ, ਡਿਫਰੈਂਟ ਰਿਟਸ, ਆਪਾਂ ਇਹ ਵੀ ਕਰਾਂਗੇ। ਇੱਕ ਵਾਰੀ ਦੇਖ ਲਓ, ਮੈਂਡੇਬਸ, ਕਿਊ ਵਾਰੰਟੋ ਜਾਂ ਹੈਬੀਅਸ ਕਾਰਪਸ। ਔਰ ਇਹ ਕਿਹਨੂੰ ਡੋਨੇਟ ਕਰਦੀ ਹੈ? ਸਿਕਿਉਰ ਦ ਲਿਬਰਟੀ ਆਫ ਦ ਇੰਡੀਵਿਜੂਅਲ। ਠੀਕ ਹੈ, ਹਾਈ ਕੋਰਟ ਦੁਆਰਾ ਦਿੱਤੀ ਗਈ ਹੈ, ਰਿਟ ਇਸ਼ੂ ਕੀਤੀ ਗਈ ਹੈ ਕਿਹਨੂੰ ਲੈ ਕੇ? ਟੂ ਸਿਕਿਉਰ ਦ ਲਿਬਰਟੀ ਆਫ ਦ ਇੰਡੀਵਿਜੂਅਲ। ਠੀਕ ਹੈ, ਰਾਈਟ ਆਪਸ਼ਨ ਕੀ ਹੈ? ਸੀ। By which of the following case Parliament got the right to amend fundamental rights? ਕਿ ਕਿਹੜੇ ਕੇਸ ਦੇ ਅੰਡਰ ਇਹਨਾਂ ਚੋਂ ਪਾਰਲੀਮੈਂਟ ਨੇ ਜਿਹੜਾ ਅਮੈਂਡ ਕੀਤਾ ਸੀ ਫੰਡਾਮੈਂਟਲ ਰਾਈਟਸ ਨੂੰ? ਕੇਸ਼ਵਾਨੰਦ ਭਾਰਤੀ ਕੇਸ, ਰਾਜ ਨਾਰਾਇਣ ਵਰਸਸ ਇੰਦਰਾ ਗਾਂਧੀ ਕੇਸ, ਗੋਲਕਨਾਥ ਕੇਸ ਜਾਂ ਸੱਜਣ ਸਿੰਘ ਕੇਸ। ਔਰ ਇਹਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ? ਕੇਸ਼ਵਾਨੰਦ ਭਾਰਤੀ ਕੇਸ। ਠੀਕ ਹੈ, ਨੈਕਸਟ 20th ਕੁਐਸਚਨ ਹੈ, by which of the following right to property has been omitted? ਕਿ ਜਿਹੜਾ ਰਾਈਟ ਟੂ ਪ੍ਰੋਪਰਟੀ ਹੈ, ਜਿਹੜਾ ਆਪਣਾ ਆਰਟੀਕਲ ਰਾਈਟ ਸੀਗਾ, ਉਹ ਕਿਹੜੀ ਅਮੈਂਡਮੈਂਟ ਦੁਆਰਾ ਡਿਲੀਟ ਕੀਤਾ ਗਿਆ ਹੈ, ਓਮਿਟਡ ਹੋਇਆ ਹੈ? 40th amendment of constitution, 42nd amendment of constitution, 44th amendment of constitution ਜਾਂ 46th amendment of constitution। ਤੁਹਾਨੂੰ ਮੈਂ ਸਟਾਰਟਿੰਗ 'ਚ ਕੀ ਦੱਸਿਆ ਸੀ? 44th amendment of constitution act 1978, 44th amendment of constitution 1978। ठीक है, नेक्स्ट है, राइट टू प्रॉपर्टी इज अ फंडामेंटल राइट, नेचुरल राइट, स्टेटोरी राइट या लीगल राइट। और यदि राइट ऑप्शन की है? लीगल राइट। कि हुण जिहड़ा राइट टू प्रॉपर्टी है वो की है? अपना लीगल राइट है। और पहला की सी? फंडामेंटल राइट। और किहड़ी अमेंडमेंट द्वारा इनू डिलीट किया गया है? 44th अमेंडमेंट ऑफ द कॉन्स्टिट्यूशन एक्ट 1978। ठीक है, ਕੀ ਕੀਤਾ ਸੀ ਫਿਰ? ਇਹਨੂੰ ਆਰਟੀਕਲ 300A ਦੁਆਰਾ ਕੀ ਇਹਨੂੰ ਲੀਗਲ ਰਾਈਟ ਬਣਾਤਾ ਸੀ, ਪਾਰਟ 12 ਸੀ। ਠੀਕ ਹੈ, नेक्स्ट है 22nd क्वेश्चन है, विच फंडामेंटल राइट्स कैनॉट बी सस्पेंडेड इवन ड्यूरिंग एन एमरजेंसी? कि केड़ा आर्टिकल है जिहड़ा एमरजेंसी दे दौरान भी सस्पेंड नहीं हुंदा? राइट टू स्पीच, राइट टू रिलीजन, राइट टू इक्वालिटी या राइट टू लाइफ एंड पर्सनल लिबर्टी। और यदि राइट ऑप्शन अपने कोल की है? राइट टू लाइफ एंड पर्सनल लिबर्टी। ठीक है, कि जेड़ा सस्पेंडेड नहीं हुंदा इवन ड्यूरिंग एन एमरजेंसी। ठीक है, नेक्स्ट है, विच आर्टिकल ऑफ द इंडियन कॉन्स्टिट्यूशन अबॉलिश अनटचेबिलिटी? आर्टिकल 18, आर्टिकल 15, आर्टिकल 14 या आर्टिकल 17। और यदि राइट ऑप्शन आपने कोल की है? आर्टिकल 17। ठीक है, कि जेड़ा अबॉलिश करदा अनटचेबिलिटी? आर्टिकल 17। ठीक है, नेक्स्ट है, विच आर्टिकल ऑफ द कॉन्स्टिट्यूशन ऑफ इंडिया इज रिलेटेड विद फ्रीडम ऑफ द प्रेस? कि इन्हां विचों केड़ा आर्टिकल है जिहड़ा कि रिलेट करता है फ्रीडम ऑफ द प्रेस? आर्टिकल 19, आर्टिकल 20, आर्टिकल 21, आर्टिकल 22। और यदि राइट ऑप्शन अपने कोल की है? आर्टिकल 19। ठीक है, नेक्स्ट अज दा अपना लास्ट क्वेश्चन है, आर्टिकल 25 ऑफ द कॉन्स्टिट्यूशन रैफर्स टू? कि जेड़ा आर्टिकल 25 है वो किनू रैफर करता है? राइट टू इक्वालिटी नू, राइट टू प्रॉपर्टी नू, राइट टू प्रोटेक्शन ऑफ माइनॉरिटीज़ नू या फ्रीडम ऑफ रिलीजन नू। और यदि राइट ऑप्शन की है? फ्रीडम ऑफ रिलीजन। कि जेड़ा आर्टिकल 25 है वो किनू रैफर करता है? फ्रीडम ऑफ रिलीजन। ठीक है, नैक्सट अगे आप करांगे पार्ट्स ऑफ इंडियन कॉन्स्टिट्यूशन। ठीक है, टोटल कितने पार्ट्स ने? 22 पार्ट्स ने। ठीक है, हुण पहला आप एक ट्रिक याद करते हैं कि आप पहला पार्ट 1 तो लैके पार्ट 11 तक किवें याद करना है। ठीक है, और ट्रिक है, यू कैन फ्लाई डायरेक्टली फ्रॉम यूनाइटेड स्टेट्स यूजिंग पैरामिलिट्री क्रेटेड स्पेशल रॉकेट्स। की ट्रिक है? यू कैन फ्लाई डायरेक्टली फ्रॉम यूनाइटेड स्टेट्स यूजिंग पैरामिलिट्री क्रेटेड स्पेशल रॉकेट्स। ठीक है, ਇਹਦਾ ਸਾਰਿਆਂ ਦਾ ਆਪਾਂ फस्ट वर्ड ਲੈ ਲੈਣਾ, ਜਿਵੇਂ यू हो गया, ठीक है, कैन हो गया, फ्लाई
यू तो कला ही है, ठीक है। स्कैन चो सी लै लेना है, फ्लाई चो एफ, डायरैक्टली चो डी, मतलब हर वर्ड का आप फस्ट वर्ड लै लेना है, ठीक है। हुण जिहड़ा फस्ट पार्ट है ये किहड़ा, इन्हां दे आपां MCQs भी कर रखे ने, मतलब जिहड़े फस्ट पार्ट है। फस्ट पार्ट की है अपने कोल, यूनियन एंड इट्स टैरेटरीज, पार्ट 1 च है। किहड़ा आर्टिकल, आर्टिकल 1 to 4, ठीक है। सैकेंड की है सिटीजनशिप, पार्ट 2, आर्टिकल 5 to 11, मतलब हुण यू दा यू आ गया, कैन दा सी आ गया ना, आपां नूं याद हो गया। तो सी ते की है सिटीजनशिप, पार्ट 2 है आर्टिकल 5 to 11, ठीक है। नैक्सट है फंडामेंटल, एफ ते फ्लाई ते एफ, फंडामेंटल राइट्स हुणे कीते ने आपां पार्ट 3, आर्टिकल 12 to 35, ठीक है। उस तो बाद पार्ट 4 है, पार्ट 4 च की आ जाएगा, डायरैक्टली द डी फ्रॉम द एफ, मतलब डी पी, डी ते की हो गया DPSP, डायरैक्टिव प्रिंसिपल्स ऑफ स्टेट पॉलिसी, पार्ट 4 च ने आर्टिकल 36 to 51 दे अंडर। एफ ते की हो गया फंडामेंटल ड्यूटीज, पार्ट 4A, आर्टिकल 51A, ठीक है। नैक्सट है फिफ्थ, फिफ्थ की है यूनाइटेड, तो यू हो गया, यू ते की हो गया द यूनीयन पार्ट, फिफ्थ पार्ट है। यूनीयन नूं की कह सकते हैं आप, सेंटर भी कह सकते हैं, आर्टिकल 52 to 151, ठीक है। दैन एस ते की हो गया, एस ते की सी अपने कोल स्टेट्स, एस ते इत्थे भी द स्टेट्स आ गया, पार्ट 6 हो गया, आर्टिकल 152 to आर्टिकल 237, ठीक है। नैक्सट अगे सीधा 8th पार्ट आ गया। हुण इहदे 7th पार्ट कित्थे गया, अगर किसी नूं पता है तो कमेंट्स च दस्सिओ कि जिहड़ा 7th पार्ट है वो कित्थे गया। की सी कि जदों पहला की सी, मतलब स्टेट नूं 3-4 पार्ट्स च डिवाइड किया गया सी, जिवें हुण इत्थे स्टेट नूं पार्ट ए देता, B, C, D, ठीक है। किहड़े आर्टिकल दे अंडर, आर्टिकल 238, जिहड़ा बी पार्ट सी, 7th पार्ट सी जिहड़ा, मतलब ਉਹ ਕੀ ਸੀ कि ਉਹਨੂੰ फस्ट शेड्यूल ਦੇ ਵਿੱਚ आर्टिकल 238 ਚ ਉਹਨੂੰ ਕੀ ਸੀ डिवाइड ਕੀਤਾ ਹੋਇਆ ਸੀ। पार्ट बी ਦਾ मतलब ਕੀ ਸੀ कि ਜਿਹੜੀਆਂ ਸਟੇਟਸ, ਕੁਝ 8 ਸਟੇਟ ਐਵੇਂ ਦੇ ਸੀ ਜਿਨ੍ਹਾਂ ਨੂੰ ਰੂਲ ਕਿਹਦੇ ਦੁਆਰਾ ਕੀਤਾ ਜਾਂਦਾ ਸੀ, ਰਾਜਿਆਂ ਦੁਆਰਾ, ਕਿ ਉਹ ਜਿਹੜੇ ਸਟੇਟ ਸੀਗੇ ਉਹ ਗਵਰਨਮੈਂਟ ਦੇ ਅੰਡਰ ਸੀਗੇ ਹੀ ਨਹੀਂ ਪਹਿਲਾਂ ਦੇ ਟਾਈਮ 'ਚ, ਠੀਕ ਹੈ। ਉਹ 8 ਸਟੇਟ ਕਿਹੜੀਆਂ ਸੀ, हैदराबाद, जम्मू कश्मीर, मैसूर, राजस्थान एक्सैट्रा, ठीक है। उस तो बाद की होया, ਜਦੋਂ ਸਟੇਟ ਦੀ ਰੀਆਰਗੇਨਾਈਜੇਸ਼ਨ ਹੋਣ ਲੱਗੀ 1956 ਦੇ ਵਿੱਚ, ਉਦੋਂ ਪਾਰਟ 7 ਨੂੰ ਪ੍ਰੋਪਰਲੀ ਕੀ ਕਰ ਦਿੱਤਾ, ਰਿਮੂਵ ਕਰ ਦਿੱਤਾ। ਕਿਉਂ ਕੀਤਾ ਸੀ, ਕਿਉਂਕਿ ਜਿਹੜੀਆਂ ਸਟੇਟਸ 3-4 ਪਾਰਟਸ 'ਚ ਡਿਵਾਈਡ ਸੀ ਕਿ ਉਹ ਹੁਣ ਲੋਂਗਰ ਐਗਜ਼ਿਸਟ ਨਾ ਕਰਨ, ਠੀਕ ਹੈ। ਉਸ ਤੋਂ ਬਾਅਦ ਕੀ ਕਰਤਾ ਸੀ, ਦ ਸਟੇਟਸ ਵਰ ਰੀਆਰਗਨਾਈਜ਼ਡ ਔਨ ਲਿੰਗੁਇਸਟਿਕ ਗਰਾਊਂਡ, ਕਿ ਉਸ ਤੋਂ ਬਾਅਦ ਸਟੇਟ ਨੂੰ ਕੀ ਸੀ, ਇੱਕ ਆਰਟੀਕਲ 'ਚ ਕੀ ਕਰ ਦਿੱਤਾ ਸੀ, ਡਿਫਾਈਨ ਕਰ ਦਿੱਤਾ ਸੀ, ਅਲੱਗ-ਅਲੱਗ ਪਾਰਟਸ 'ਚ ਕੀ ਸੀ, ਡਿਫਾਈਨ ਨਹੀਂ ਕੀਤਾ ਸੀ। ਕਿਹੜੀ, ਦ ਸਟੇਟ ਰੀਆਰਗਨਾਈਜੇਸ਼ਨ ਆਫ 1956 ਦੇ ਵਿੱਚ ਕਿ ਪਾਰਟ 7 ਨੂੰ ਪ੍ਰੋਪਰ ਕੀ ਰਿਮੂਵ ਕਰ ਦਿੱਤਾ ਸੀ, ਠੀਕ ਹੈ। ਤਾਂ ਕਰਕੇ ਸਿੱਧਾ ਕੀ ਆ ਗਿਆ, 8th ਪਾर्ट आ गया, यूनियन टेरेटरीज, पार्ट 8, आर्टिकल 239 to 242, ठीक है। दैन उस तो बाद की पी ते की आ गया, पी ते अपने कोल की सी पैरा, ठीक है। पी ते की आ गया पंचायत, पार्ट 9, आर्टिकल 243 तो 243D, ठीक है। फिर की आ गया पार्ट 9H की आ गया म्यूनसिपैलिटीज़ आ गया, आर्टिकल 243P तो लैके आर्टिकल 243Z G, ठीक है। फिर सी ते की हो गया अपने को, सी ते क्रिएटेड सी, क्रिएटेड का सी लैके की आ गया कोऑपरेटिव सोसाइटीज़, पार्ट 9B, आर्टिकल 243ZH2, 243ZT, ठीक है। आर्टिकल 9 च की सी पंचायत, आर्टिकल 243 to 243D। फिर क्या आ गया म्यूनसिपैलिटीज़, पार्ट 9A, आर्टिकल 243P तो 243ZG। फिर क्या आ गया सी ते कोऑपरेटिव सोसाइटीज़, पार्ट 9B, आर्टिकल 243ZH2, 243ZT, ठीक है। नेक्स्ट 10 पार्ट की है शेड्यूल्ड ट्राइबल एरिया, आर्टिकल 244 to 244A। फिर उस तो बाद 11th की आ गया रिलेशन बिटवीन यूनियन एंड स्टेट, आर्टिकल 245 to आर्टिकल 260,
3। ठीक है, नेक्स्ट है आर्टिकल 12 टू आर्टिकल 15 और ਇਹਦਾ ਟ੍ਰਿਕ ਕੀ ਆਪਣੇ ਕੋਲ ਫੋਰਨ ਟੂਰਸ ਸਾਊਂਡ ਟੂ ਐਕਸਪੈਂਸਿਵ ਕਿ ਜਿਹੜੇ ਫੋਰਨ ਟੂਰ ਨੇ ਉਹ ਕੀ ਸਾਊਂਡ ਕਰਦੇ ਨੇ ਟੂ ਐਕਸਪੈਂਸਿਵ। ਐਫ ਤੇ ਕੀ ਹੋ ਗਿਆ फाइनेंस प्रॉपर्टी कॉन्ट्रैक्ट्स एंड सूट्स पार्ट आर्टिकल 264 टू 300 ए। फिर पार्ट 13 की है टी द ट्रेड्स कॉमर्स एंड इंटरकोर्स विद द टेरिटरी ऑफ इंडिया आर्टिकल 301 टू 307। ठीक है, 14 ते की हो गया साउंड ते एस ते सर्विस अंडर द यूनियन एंड स्टेट मतलब यूपीएससी एसपीएससी आईपीएससी सर्विसेज आर्टिकल 308 टू आर्टिकल 323। ठीक है, उसके बाद 14 एज की हो गया ट्रिब्यूनल्स मतलब 323 ए टू लेके 323 बी। और उसके बाद 15 पार्ट की है इलेक्शंस 324 टू 329 ए। ठीक है, की है पार्ट 12 टू 15 तक फॉरन दी एफ थे फाइनेंस प्रॉपर्टी कॉन्ट्रैक्ट्स एंड सूट पार्ट्स आर्टिकल 264 टू 300 ए। टी थे ट्रेड्स कॉमर्स इंटरकोर्स with the territory of India 301 to 307 as the service under the union and state UPSC SPSC IPSC services 308 to 323 for tribunals 323A to 323B their elections 324 to 329A। ठीक है, नेक्स्ट की है पार्ट 16 तो पार्ट 22 शी ओन्स एक्सपेंसिव मैट्स as the special provisions relating to certain classes 330 to 342 और की आ गया ऑफिशियल लैंग्वेजेस 17 पार्ट 343 टू 351 आर्टिकल ने ई ते एमरजेंसी प्रोविजंस पार्ट 18 352 तो 360 आर्टिकल्स एम ते मिसलेनियस आ गया पार्ट 19 आर्टिकल 361 टू 367 ए ते अमेंडमेंट्स आ गया पार्ट 20 361 टू 367। ठीक है, अमेंडमेंट्स दा की है 368 21 ते की आ गया टी ते टेम्परेरी ट्रांजिशनल एंड स्पेशल प्रोविजंस पार्ट 21 आर्टिकल केड़ा 369 टू 392। लास्ट केड़ा 22 एज ते शॉर्ट टाइटल कमेंसमेंट अथॉरिटेटिव टेक्स्ट इन हिंदी एंड रिपील्स पार्ट आर्टिकल 393 टू 395। ट्रिक की सी शी ओन्स एक्सपेंसिव मैट्स as the special provision relating to certain classes part 16 article 332 342 और the official languages part 17 है article 343 to 351 ई ते emergency provision part 18 352 to 360 article एम ते miscellaneous part 19 361 to 367 article ए ते किया amendments part 20 article 368 21 थे temporary transitional and special provisions part 21 article 369 to 392 then किए as the show title commencement authoritative text in Hindi and repeals part 22 article 393 to 395। ठीक है, ਅੱਜ ਦੀ ਕਲਾਸ ਆਪਣੀ ਹੁੰਦੀ ਹੈ ਇੱਥੇ ख़त्म। ਕਿਸੇ ਨੂੰ ਕੋਈ ਵੀ ਡਾਊਟ ਹੋਏ ਵਟਸਐਪ ਗਰੁੱਪ 'ਚ ਪੁੱਛ ਲਿਓ। ਠੀਕ ਹੈ, ਔਰ ਕੱਲ੍ਹ ਦੀ ਕਲਾਸ 'ਚ ਆਪਣੀ ਹਿਸਟਰੀ ਦੀ ਕਲਾਸ ਹੈ। ਹਿਸਟਰੀ ਬਾਰੇ ਆਪਾਂ ਹਿਸਟਰੀ 'ਚ ਕਰਾਂਗੇ ਕਿਉਂਕਿ ਆਪਣੇ ਗੁਰੂ ਚੱਲ ਰਹੇ ਨੇ ਨਾ। ਠੀਕ ਹੈ, ਅੱਜ ਦੀ ਕਲਾਸ ਆਪਣੀ ਹੁੰਦੀ ਇੱਥੇ ख़त्म। ਤਾਂ ਕਰਕੇ ਸਭ ਦਾ ਥੈਂਕ ਯੂ ਵੈਰੀ ਮਚ।